ਕਾਨੂੰਨੀ ਤੌਰ ਦੇ ਉੱਤੇ ਪੈਰੋਲ ਮਿਲਣਾ ਕੋਈ ਮਾੜੀ ਗੱਲ ਨਹੀਂ ਆ, ਪਰ ਕੀ ਸਾਰਿਆਂ ਦੇ ਲਈ ਇਨਸਾਫ ਇੱਕੋ ਤਰ੍ਹਾਂ ਦਾ? ਇਹ ਇੱਕ ਰਾਜਨੀਤਿਕ ਪੈਰੋਲ ਆ, ਸਿਆਸੀ ਪੈਰੋਲ ਆ। ਇਹ ਕੋਈ ਕਾਨੂੰਨੀ ਪੈਰੋਲ ਨਹੀਂ ਹੈ ਕਿ ਕਾਨੂੰਨੀ ਤੌਰ ਦੇ ਉੱਤੇ ਪੈਰੋਲ ਦੇ ਦਿਓ। ਸਿਆਸਤ ਪੈਰੋਲ ਨਾਲ ਜੁੜੀ ਹੋਈ ਆ। ਤੁਸੀਂ ਪੈਰੋਲ ਦਿਓਗੇ ਤਾਂ ਡੇਰੇ ਦਾ ਫਾਇਦਾ ਬੀਜੇਪੀ ਨੂੰ ਮਿਲੇਗਾ। ਸਿਰਫ ਰਾਜਨੀਤਿਕ ਹਿੱਤਾਂ ਦੇ ਲਈ ਇਹ ਬੜੀ ਸ਼ਰਮਨਾਕ ਗੱਲ ਹੈ ਔਰ ਕਾਨੂੰਨੀ ਮਾਹਰ ਵੀ ਕਹਿੰਦੇ ਨੇ ਕਿ ਇਸ ਤਰ੍ਹਾਂ ਦੇ ਹਾਰਡਕੋਰ ਕ੍ਰਿਮੀਨਲ ਨੂੰ ਪੈਰੋਲ ਨਹੀਂ ਮਿਲਣੀ ਚਾਹੀਦੀ। ਇਹ ਸਾਰੀਆਂ ਚੀਜ਼ਾਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਕਿ ਡੇਰਾ ਮੁਖੀ ਨੂੰ ਸਰਕਾਰ ਕਿਵੇਂ ਪ੍ਰੋਟੈਕਟ ਕਰ ਰਹੀ ਹੈ। ਇਹ ਸਮਝੌਤਾ ਹੈਗਾ, ਅਣਲਿਖਤੀ ਸਮਝੌਤਾ ਕਿ ਤੁਸੀਂ ਆਪਦਾ ਡੇਰਾ ਪ੍ਰੋਟੈਕਟ ਕਰੋ ਤੇ ਸਾਨੂੰ ਸਾਡੀ ਸਰਕਾਰ ਨੂੰ ਪ੍ਰੋਟੈਕਟ ਕਰਿਓ, ਯਾਨੀ ਸਾਡੀ ਪਾਰਟੀ ਨੂੰ ਪ੍ਰੋਟੈਕਟ ਕਰੋ, ਅਸੀਂ ਤੁਹਾਨੂੰ ਪ੍ਰੋਟੈਕਟ ਕਰਦੇ ਹਾਂ, ਸਾਨੂੰ ਪ੍ਰੋਟੈਕਟ ਕਰੋ। ਇਹ ਸਮਝੌਤਾ ਹੈਗਾ ਅਣਲਿਖਤੀ ਤੇ ਉਸੇ ਚੀਜ਼ ਦੀ ਪੈਰੋਲ। ਡੇਰਾ ਮੁਖੀ ਦਾ ਸਭ ਤੋਂ ਵੱਡਾ ਗੜ੍ਹ ਹੈ ਜਿਹੜਾ ਉਹ ਹਰਿਆਣਾ ਦੇ ਵਿੱਚ ਸਿਰਸਾ ਦੇ ਵਿੱਚ ਹੈ, ਪਰ ਡੇਰਾ ਮੁਖੀ ਆਉਣ ਸਾਰ ਜੇਲ੍ਹ ਤੋਂ ਬਾਹਰ ਨਿਕਲਣ ਸਾਰ ਹੀ ਉੱਤਰ ਪ੍ਰਦੇਸ਼ ਦੇ ਡੇਰੇ 'ਚ ਪਹੁੰਚ ਜਾਂਦਾ ਹੈ। ਇਹਦੇ ਪਿੱਛੇ ਦੀ ਕਹਾਣੀ ਕੀ ਨਜ਼ਰ ਆਉਂਦੀ ਹੈ? ਡੇਰਾ ਮੁਖੀ ਦਾ ਬੀਜੇਪੀ ਦੇ ਅੱਗੇ ਇਹ ਸਰੈਂਡਰ ਹੈ ਕਿ ਮੈਂ ਤੁਹਾਡੇ ਅੱਗੇ ਸਰੈਂਡਰ ਕਰ ਰਿਹਾ, ਤੁਹਾਡੇ ਮੁਤਾਬਕ ਚੱਲੂ, ਮੈਨੂੰ ਪ੍ਰੋਟੈਕਟ। ਪ੍ਰੋ ਪੰਜਾਬ ਟੀਵੀ ਦੇ ਪ੍ਰੋਗਰਾਮ ਰਾਜਨੀਤੀ ਡੀਕੋਡ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਵਿਕਰਮ ਸਿੰਘ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਾਰ-ਵਾਰ ਜੇਲ੍ਹ 'ਚੋਂ ਬਾਹਰ ਆ ਰਿਹਾ ਹੈ। ਇਸ ਵਾਰ ਫਿਰ ਪੈਰੋਲ ਤੇ ਬਾਹਰ ਹੈ ਔਰ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਲਗਾਤਾਰ ਅਟਕਿਆ ਹੋਇਆ। ਇਸ ਮਸਲੇ ਨੂੰ ਲੈ ਕੇ ਗੱਲਬਾਤ ਕਰਾਂਗੇ। ਯਾਦਵਿੰਦਰ ਜੀ ਸਾਡੇ ਨਾਲ ਨੇ। ਯਾਦਵਿੰਦਰ ਜੀ, ਡੇਰਾ ਮੁਖੀ ਗੁਰਮੀਤ ਰਾਮ ਰਹੀਮ ਫਿਰ ਤੋਂ ਜੇਲ੍ਹ 'ਚੋਂ ਬਾਹਰ ਆ ਗਿਆ। ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਲਗਾਤਾਰ ਅਟਕਿਆ ਹੋਇਆ। ਕਿਸ ਤਰ੍ਹਾਂ ਦੀ ਸਿਆਸਤ ਕਹੀ ਜਾ ਸਕਦੀ ਹੈ ਵਾਰ-ਵਾਰ ਜੇਲ੍ਹ 'ਚੋਂ ਬਾਹਰ ਆਉਣ ਦੀ? ਦੇਖੋ, ਇੱਕ ਤਾਂ ਜੇ ਕੋਈ ਕਹੇਗਾ ਕਾਨੂੰਨੀ ਤੌਰ ਦੇ ਉੱਤੇ ਪੈਰੋਲ ਮਿਲਣਾ ਕੋਈ ਮਾੜੀ ਗੱਲ ਨਹੀਂ ਆ, ਪਰ ਕੀ ਸਾਰਿਆਂ ਦੇ ਲਈ ਇਨਸਾਫ ਇੱਕੋ ਤਰ੍ਹਾਂ ਦਾ? ਔਰ ਇਹ ਤੈਅ ਕੌਣ ਕਰਦਾ? ਤੈਅ ਇੱਕ ਇੰਡੀਵਿਜੂਅਲ ਕਰਦਾ ਜਾਂ ਕੁਝ ਲੋਕ ਤੈਅ ਕਰਦੇ ਆ ਕਿਹਨੂੰ ਪੈਰੋਲ ਦੇਣੀ ਹੈ ਕਿਹਨੂੰ ਨਹੀਂ ਹੈ? ਜਦੋਂ ਕਿ ਜੇ ਜੁਰਮ ਦੇਖਣਾ ਹੋਵੇ, ਉਹਨਾਂ ਤੇ ਵੀ ਬਲਾਤਕਾਰ ਦਾ ਕੇਸ, ਉਹਨਾਂ ਨੂੰ ਵੀ ਹਾਈਲੀ, ਜਿਵੇਂ ਪੰਚਕੂਲੇ ਜੋ ਕੁਝ ਹੋਇਆ, ਡੇਰਾ ਮੁਖੀ ਨੂੰ ਦੇ ਦਿੱਤੀ ਗਈ ਹੈ। ਪਰ ਬਹੁਤ ਸਾਰੇ ਲੋਕ ਨੇ, ਜਿਵੇਂ ਲਗਾਤਾਰ ਬੰਦੀ ਸਿੰਘਾਂ ਦੇ ਮਾਮਲੇ 'ਚ ਕਮੇਟੀ ਕਹਿੰਦੀ ਹੈ ਨਾ ਕਦੇ ਰਾਜੋਆਣਾ ਨੂੰ ਨਾ ਹਵਾਰਾ ਨੂੰ ਕਦੇ ਪੈਰੋਲ ਤੱਕ ਨਹੀਂ ਮਿਲੀ। ਪਿਤਾ ਦੀ ਜਦੋਂ ਮੌਤ ਹੋ ਜਾਂਦੀ ਆ, ਉਹਨਾਂ ਦੇ ਭੋਗ ਤੇ ਆਉਣ ਲਈ ਵੀ 2 ਘੰਟਿਆਂ ਦਾ ਸਮਾਂ ਮਿਲਦਾ ਹੈਗਾ। ਇਸ ਕਰਕੇ ਜਿਹੜੀ ਇਹ ਗੱਲ ਹੈਗੀ ਆਪਣੇ ਆਪ 'ਚ ਇੱਕ ਸ਼ਰਮਨਾਕ ਗੱਲ ਹੈ ਡੈਮੋਕ੍ਰੇਸੀ ਦੇ ਅੰਦਰ, ਪਰ ਇਹਦੀ ਰਾਜਨੀਤੀ ਕੀ ਹੈ ਇਹਨੂੰ ਸਮਝਣ ਦੀ ਲੋੜ ਹੈ। ਡੇਰਾ ਸਿਰਸਾ ਕੋਈ ਆਮ ਡੇਰਾ ਨਹੀਂ ਆ। ਇਹ ਨਹੀਂ ਕਿ ਸਾਰੇ ਡੇਰੇ ਇੱਕ ਤਰ੍ਹਾਂ ਦੇ ਨੇ, ਬੜੇ ਇਹੋ ਜਿਹੇ ਡੇਰੇ ਵੀ ਨੇ ਜਿਨ੍ਹਾਂ ਦਾ ਕੋਈ ਰਾਜਨੀਤੀ ਨਾਲ ਸੰਬੰਧ ਨਹੀਂ, ਜਿਹੜੇ ਆਪਦੇ ਸੈਕਟ ਸਦੀਆਂ ਤੋਂ ਚਲਾਉਂਦੇ ਆ ਰਹੇ ਨੇ। ਡੇਰੇ ਸਦੀਆਂ ਤੋਂ ਚੱਲ ਰਹੇ ਨੇ ਜਿਨ੍ਹਾਂ ਦਾ ਕੋਈ ਐ ਨਹੀਂ, ਬਹੁਤ ਵਧੀਆ ਡੇਰੇ ਵੀ ਨੇ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਗੱਲ ਦੇ ਨਾਲ। ਪਰ ਕੁਝ ਡੇਰੇ ਜਿਹੇ ਨੇ, ਜਿਵੇਂ ਡੇਰਾ ਸਿਰਸਾ ਬਹੁਤ ਵਿਵਾਦਤ ਡੇਰਾ ਰਿਹਾ ਹੈਗਾ, ਹਮੇਸ਼ਾ ਇਹ ਵਿਵਾਦਾਂ ਨਾਲ ਜੁੜਿਆ ਰਿਹਾ ਹੈਗਾ। 2007 'ਚ ਇਹਨਾਂ ਨੇ ਕੈਪਟਨ ਨੂੰ ਇੱਥੇ ਹਮਾਇਤ ਦਿੱਤੀ, ਹਾਰ ਗਏ ਕੈਪਟਨ ਅਮਰਿੰਦਰ ਸਿੰਘ। ਫਿਰ ਇਹ ਬਾਦਲਾਂ ਦੇ ਉੱਤੇ ਵੀ ਇਲਜ਼ਾਮ ਲਾਦਾ ਕਿ ਬਾਦਲਾਂ ਨੂੰ ਜਿਹੜਾ ਦਿੱਤਾ, ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਇਸ ਤੋਂ ਮੰਗਿਆ ਨਹੀਂ, ਉਹਨਾਂ ਨੇ ਆਪ ਹੀ ਦੇਤੀ। ਫਿਰ ਇਹਨਾਂ ਨੇ ਇਸ ਵਾਰ ਵੀ ਬੀਜੇਪੀ ਨੂੰ, ਫਿਰ ਇਸ ਵਾਰ ਇਹਨਾਂ ਦੀ ਚਰਚਾ ਚੱਲੀ ਕਿ ਫਲਾਣੇ ਨੂੰ ਸਪੋਰਟ ਕਰ ਰਹੇ ਨੇ, ਪੰਜਾਬ 'ਚ ਬੀਜੇਪੀ ਨੂੰ ਸਪੋਰਟ ਕਰ ਰਹੇ ਨੇ। ਹੁਣ ਫਿਰ ਹਰਿਆਣੇ 'ਚ ਚੋਣਾਂ ਆ ਰਹੀਆਂ ਨੇਗੀਆਂ, 1 ਸਾਲ ਨੂੰ ਹਰਿਆਣੇ 'ਚ ਚੋਣਾਂ ਨੇ, ਤਾਂ ਹਰਿਆਣੇ ਦੇ ਅੰਦਰ ਡੇਰੇ ਦਾ ਇੱਕ ਵੋਟ ਬੈਂਕ ਹੈਗਾ ਗਾ ਔਰ ਸਿਰਸੇ 'ਚ ਹੀ ਡੇਰਾ ਆਪਾਂ ਨੂੰ ਪਤਾ ਹੀ ਹੈ। ਬਿਲਕੁਲ। ਇਸ ਕਰਕੇ ਹਾਲਾਂਕਿ ਸਿਰਸੇ ਚੌਟਾਲਾ ਪਰਿਵਾਰ ਜਿੱਦਾਂ ਰਿਹਾ, ਲਗਾਤਾਰ ਬਹੁਤ ਸਾਰੇ ਲੋਕ ਸਵਾਲ ਖੜੇ ਕਰਦੇ ਨੇ ਕਿ ਜਿੱਥੇ ਡੇਰਾ ਹੈ ਡੇਰੇ ਦਾ ਪ੍ਰਭਾਵ ਤਾਂ ਉੱਥੇ ਵੀ ਨਹੀਂ ਹੈਗਾ। ਪਰ ਡੇਰੇ ਦੀ ਰਾਜਨੀਤੀ ਬੜੀ ਵਰਚੁਅਲ ਜੀ ਰਾਜਨੀਤੀ ਆ, ਪਰ ਡੇਰਾ ਪ੍ਰਭਾਵਿਤ ਕਰਦਾ ਇਹਨਾਂ ਚੀਜ਼ਾਂ ਨੂੰ। ਇਸੇ ਕਰਕੇ ਇਹ ਇੱਕ ਰਾਜਨੀਤਿਕ ਪੈਰੋਲ ਆ, ਸਿਆਸੀ ਪੈਰੋਲ ਆ। ਇਹ ਕੋਈ ਕਾਨੂੰਨੀ ਪੈਰੋਲ ਨਹੀਂ ਹੈ ਕਿ ਕਾਨੂੰਨੀ ਤੌਰ ਦੇ ਉੱਤੇ ਪੈਰੋਲ ਦੇ ਦਿਓ। ਸਿਆਸਤ ਪੈਰੋਲ ਨਾਲ ਜੁੜੀ ਹੋਈ ਆ। ਤੁਸੀਂ ਪੈਰੋਲ ਦਿਓਗੇ ਤਾਂ ਡੇਰੇ ਦਾ ਫਾਇਦਾ ਬੀਜੇਪੀ ਨੂੰ ਮਿਲੇਗਾ, ਡੇਰੇ ਦਾ ਫਾਇਦਾ ਉਹਨਾਂ ਨੂੰ ਮਿਲੇਗਾ ਜਿਹੜੇ ਉਹਨੂੰ ਪੈਰੋਲ ਦੇ ਰਹੇ ਨੇ। ਇਸ ਕਰਕੇ ਇਹ ਜਿਹੜੀ ਪੈਰੋਲ ਆ ਇਹਨੂੰ ਸਿਆਸੀ ਪੈਰੋਲ ਕਿਹਾ ਜਾਏਗਾ, ਨਾ ਕਿ ਕਾਨੂੰਨੀ ਪੈਰੋਲ। ਮੈਂ ਵਾਰ-ਵਾਰ ਕਹਿ ਰਿਹਾ ਗਾ, ਪੈਰੋਲ ਮਿਲਣਾ ਕਿਸੇ ਵੀ ਕੈਦੀ ਦਾ ਹੱਕ ਹੁੰਦਾ ਹੈ। ਪੈਰੋਲ ਮਿਲਣਾ ਕੋਈ ਮਾੜੀ ਗੱਲ ਨਹੀਂ ਹੈਗੀ, ਪਰ ਉਹਦਾ ਇੱਕ ਜਿਹੜਾ ਸਟੈਂਡਰਡ ਹੈ ਉਹ ਸਭ ਲਈ ਸੇਮ ਹੋਣਾ ਚਾਹੀਦਾ। ਇਹ ਨਹੀਂਗਾ ਕਿ ਇਹ ਤੁਹਾਡੇ ਨੇੜੇ ਆ, ਤੁਹਾਡੇ ਦੂਰ ਆ, ਤੁਹਾਨੂੰ ਰਾਜਨੀਤਿਕ ਫਾਇਦਾ ਦੇ ਦੂਗਾ, ਇਹਦੇ ਕੋਲ ਵੋਟ ਬੈਂਕ ਆ, ਇਹਦੇ ਕੋਲ ਡੇਰੇ ਦੀ ਰਾਜਨੀਤੀ ਆ, ਡੇਰੇ ਦੀ ਪੋਲਿਟਿਕਸ ਆ, ਤੇ ਉਹਨੂੰ ਤੁਸੀਂ ਪੈਰੋਲ ਦੇ ਰਹੇ ਹੋਗੇ। ਉਹ ਵੀ ਹਾਰਡਕੋਰ ਕ੍ਰਿਮੀਨਲ ਆ, ਇੰਨੀਆਂ ਅੱਗਾਂ ਲੱਗੀਆਂ, ਇੰਨਾ ਕੁਝ ਹੋਇਆ, ਰੇਪ ਦੇ ਕੇਸ 'ਚ ਅੰਦਰ ਹੈ। ਖਾਸ ਤੌਰ 'ਤੇ ਜਿਹੜਾ ਪੰਚਕੂਲੇ ਜੋ ਕੁਝ ਹੋਇਆ, ਅਸੀਂ ਤਾਂ ਕੀ ਕਵਰ ਕੀਤਾ, ਰਿਪੋਰਟ ਕੀਤਾ, ਦੇਖਿਆਗਾ ਕਿਵੇਂ ਅੱਗਾਂ ਲੱਗੀਆਂ ਸੀ। ਇਸ ਕਰਕੇ ਇਸ ਤਰ੍ਹਾਂ ਦੀ ਗੱਲ ਨੂੰ ਪੈਰੋਲ ਦੇਣਾ ਸਿਰਫ ਰਾਜਨੀਤਿਕ ਹਿੱਤਾਂ ਦੇ ਲਈ ਇਹ ਬੜੀ ਸ਼ਰਮਨਾਕ ਗੱਲ ਹੈ ਔਰ ਕਾਨੂੰਨੀ ਮਾਹਰ ਵੀ ਕਹਿੰਦੇ ਨੇ ਕਿ ਇਸ ਤਰ੍ਹਾਂ ਦੇ ਹਾਰਡਕੋਰ ਕ੍ਰਿਮੀਨਲ ਨੂੰ ਪੈਰੋਲ
ਨਹੀਂ ਮਿਲਣੀ ਚਾਹੀਦੀ। ਤਾਂ ਫਿਰ ਬਹੁਤ ਸਾਰੇ ਹੋਰ ਵੀ ਕੈਦੀ ਨੇ। ਡੇਰਾ ਮੁਖੀ ਤਾਂ ਕਈ ਵਾਰ ਬਾਹਰ ਗੇੜੇ ਕੱਢ ਗਿਆ, ਡੇਰੇ ਦੇ ਵਿੱਚ ਵੀ ਚੱਕਰ, ਔਰ ਆਪਦੇ ਜਿਹੜੇ ਜਿੰਨੇ ਵੀ ਸਮਰਥਕ ਆ ਉਹਨਾਂ ਨੂੰ ਉਪਦੇਸ਼ ਵੀ ਬਾਹਰੋਂ ਦਿੰਦਾ ਹੋਇਆ ਨਜ਼ਰ ਆਉਂਦਾ। ਅੱਜ ਵੀ ਉਹਨਾਂ ਨੇ ਉਪਦੇਸ਼ ਦਿੱਤਾ। ਫਿਰ ਬਹੁਤ ਸਾਰੇ ਹੋਰ ਕੈਦੀ ਆ ਜਿਹੜੇ ਪੈਰਲਲ ਬੈਠੇ ਆ, ਇਸ ਤੋਂ ਵੀ ਪਹਿਲਾਂ ਦੇ ਬੈਠੇ। ਬੰਦੀ ਸਿੰਘਾਂ ਦੀ ਰਿਹਾਈ ਦਾ ਉਹੀ ਮਾਮਲਾ ਮੈਂ ਕਹਿ ਰਿਹਾ ਹੈਗਾ ਕਿ ਉਹਨਾਂ ਨੂੰ ਬੰਦੀ ਸਿੰਘਾਂ ਵਾਲਾ ਮਸਲਾ ਉਹੀ ਹੈ ਕਿ ਬੰਦੀ ਸਿੰਘਾਂ ਦੇ ਮਸਲੇ 'ਚ ਤਾਂ ਕਹਿ ਦਿੱਤਾ ਜਾਂਦਾ ਕਿ ਇਹ ਹਾਰਡਕੋਰ ਕ੍ਰਿਮੀਨਲ ਨੇ, ਇਹੀ ਤਰਕ ਦਿੱਤਾ ਜਾਂਦਾ ਹੋਊਗਾ ਨਾ, ਜਾਂ ਰਿਪਲਾਈ ਵੀ ਨਹੀਂ ਕੀਤਾ ਜਾਂਦਾ। ਬਿਲਕੁਲ ਹਨਾ, ਜੇ ਤੁਹਾਡਾ ਇਹ ਤਰਕ ਮੰਨ ਲਿਆ ਜਾਵੇ, ਮੰਨ ਲਓ ਸਰਕਾਰ ਦਾ ਇਹ ਤਰਕ ਮੰਨ ਲਓ, ਜੇਲ੍ਹ ਵਿਭਾਗ ਦਾ ਇਹ ਤਰਕ ਮੰਨ ਲਓ, ਤਾਂ ਫਿਰ ਇਧਰਲੇ ਮਸਲੇ 'ਚ ਵੀ ਤਾਂ ਉਨੇ ਹੀ ਅੱਗਾਂ ਲੱਗਦੀਆਂ ਦੇਖੀਆਂ ਨੇ। ਹਾਈ ਕੋਰਟ ਦੀਆਂ ਟਿੱਪਣੀਆਂ ਨੇ, ਇਹ ਤਾਂ ਕੋਈ ਅਸੀਂ ਨਹੀਂ ਕਹਿ ਰਹੇ, ਮੀਡੀਆ ਨਹੀਂ ਕਹਿ ਰਿਹਾ। ਹਾਈ ਕੋਰਟ ਨੇ ਕਿਹਾ ਕਿ ਇਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰੋ, ਹਾਈ ਕੋਰਟ ਨੇ ਕਿਹਾ ਕਿ ਇਹਨਾਂ ਨੇ ਕਿੰਨਾ ਗੰਦ ਪਾਇਆਗਾ, ਹਾਈ ਕੋਰਟ ਨੇ ਕਿਹਾ ਕਿ ਇੰਨਾ ਵਾਇਲੈਂਸ ਕੀਤਾਗਾ, ਹਾਈ ਕੋਰਟ ਨੇ ਕਿਹਾ ਕਿ ਦੇਸ਼ ਦੀ ਪ੍ਰਾਪਰਟੀ ਬਰਬਾਦ ਕਰਤੀ, ਹਾਈ ਕੋਰਟ ਨੇ ਕਿਹਾ ਕਿ ਜਿਹੜਾ ਇਹਨਾਂ ਦਾ ਐਕਟ ਹੈਗਾ ਉਹ ਦੇਸ਼ ਵਿਰੋਧੀ ਹੈਗਾ। ਤੇ ਕਿਉਂਕਿ ਵੋਟ ਬੈਂਕ ਜੁੜਿਆ ਹੋਇਆ, ਵੋਟ ਬੈਂਕ ਦੀ ਪੋਲਿਟਿਕਸ ਜੁੜੀ ਹੈਗੀ, ਉੱਥੇ ਉਲਟੀ ਜੁੜੀ ਹੋਈ ਹੈਗੀ, ਇੱਥੇ ਸਿੱਧੀ ਜੁੜੀ ਹੋਈ ਹੈਗੀ ਕਿ ਵੋਟ ਬੈਂਕ ਦੀ ਪੋਲਿਟਿਕਸ ਆ। ਡੇਰਾ ਮੁਖੀ ਨੂੰ ਬਾਹਰ ਕੱਢੋਗੇ, ਖੁਸ਼ ਹੋਊਗਾ 1 ਮਹੀਨਾ, ਆ ਕੇ ਉਹ ਲੈਕਚਰ ਦਿਓ ਜਨਤਾ ਨੂੰ, ਉਹਦਾ ਰਾਈਟ ਹੈਗਾ, ਉਹ ਜੋ ਮਰਜ਼ੀ ਕਰੇ, ਉਹਦਾ ਡੇਰਾ ਚਲਾਉਣਾ ਉਹਦਾ ਰਾਈਟ ਹੈਗਾ, ਹਨਾ। ਪਰ ਡੇਰੇ ਦੇ ਨਾਂ ਦੇ ਉੱਤੇ ਜਿਹੜੀ ਸਿਆਸਤ ਖੜੀ ਹੋਈ ਆ, ਉਹ ਇਹ ਚੀਜ਼ਾਂ ਨੂੰ ਉਧਰ ਨੂੰ ਲੈ ਕੇ ਜਾਂਦੀ ਹੈ। ਡੇਰੇ ਦਾ ਵੀ ਰੌਲਾ ਚੱਲ ਰਿਹਾ ਹੈ, ਡੇਰੇ ਦੀ ਗੱਦੀ ਦਾ ਰੌਲਾ ਚੱਲ ਰਿਹਾ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਕਰਕੇ ਵੀ ਬਾਹਰ ਦੇ ਗੇੜੇ ਜ਼ਿਆਦਾ ਲਾ ਰਿਹਾ ਕਿ ਸੈੱਟ ਕਰ ਲਾਂ ਮੈਂ ਸਾਰਾ ਸਿਸਟਮ। ਦੇਖੋ ਤੁਸੀਂ ਆਉਣ ਸਾਰ ਡੇਰਾ ਮੁਖੀ ਦਾ ਬਿਆਨ ਕੀ ਹੈਗਾ, ਇਹੀ ਬਿਆਨ ਆ ਨਾ ਕਿ ਮੈਂ ਬਾਹਰ ਆ ਗਿਆ, ਮੇਰੀਆਂ 6 ਚਿੱਠੀਆਂ ਤੁਸੀਂ ਬਹੁਤ ਪਿਆਰ ਨਾਲ ਪੜ੍ਹੀਆਂ ਨੇ, ਕਿਸੇ ਦੇ ਬਹਿਕਾਵੇ 'ਚ ਨਹੀਂ ਆਉਣਾ, ਕਿਸੇ ਦੇ ਉਹਦੇ 'ਚ ਨਹੀਂ ਆਉਣਾ, ਤੁਸੀਂ ਆਰਾਮ ਨਾਲ ਜਿੱਥੇ ਬੈਠੇ ਹੋ ਬੈਠੇ ਰਹੋ। ਯਾਨੀ ਕਮਾਂਡ ਦਾ ਮਸਲਾ ਡੇਰੇ ਦੀ ਦਾ, ਜੇ ਤੁਸੀਂ ਦੇਖੋ ਹਾਂ, ਡੇਰੇ ਦੇ ਅੰਦਰ ਹਨੀਪ੍ਰੀਤ ਆ, ਸਾਧਵੀਆਂ ਹੋਰ ਨੇ, ਕਈ ਮਸਲੇ ਨੇ ਜਿਨ੍ਹਾਂ ਦੀ ਲੜਾਈ ਹੈ। ਡੇਰੇ ਦੀ ਗੱਦੀ ਕਿਹਦੇ ਕੋਲ ਰਹੇ, ਖਾਸ ਤੌਰ ਤੇ ਜਿਹੜੀ ਡੇਰੇ ਦੀ ਪੋਲੀਟੀਕਲ ਕਮੇਟੀ ਸੀ, ਕਹਿੰਦੇ ਉਹਦੇ 'ਚ ਕਾਫੀ ਕੰਟੈਂਟ। ਡੇਰੇ ਦਾ ਇੱਕ ਜਿਹੜਾ ਗਰੁੱਪ ਆ, ਇਹ ਸਭ ਨੂੰ ਪਤਾ, ਉਹ ਡੇਰੇ ਤੋਂ ਅੱਡ ਹੋ ਗਿਆ। ਅੱਡ ਦਾ ਮਤਲਬ ਉਹਦਾ ਇੱਕ ਅਲੱਗ ਵਿਊ ਆ, ਫੇਥ ਵਰਸਸ ਇੱਕ ਉਹਨਾਂ ਨੇ ਫੇਸਬੁੱਕ ਤੇ ਪੇਜ ਵੀ ਬਣਾਇਆ ਹੋਇਆ। ਉਹ ਲੜਾਈ ਆ ਡੇਰੇ ਦੇ ਅੰਦਰ, ਬਹੁਤ ਵੱਡੀਆਂ ਲੜਾਈਆਂ ਨੇ। ਅਦਿੱਤੇ ਇੰਸਾ ਕਿੱਥੇ ਹੈਗਾ, ਪਤਾ ਹੀ ਨਹੀਂ ਅਦਿੱਤੇ ਇੰਸਾ ਦਾ, ਕਿੱਡਾ ਪਪੂਲਰ ਹੁੰਦਾ ਸੀਗਾ, ਕਿੱਡੀ ਉਹਦੀ ਚੜ੍ਹਾਈ ਹੁੰਦੀ ਸੀ, ਉਦੋਂ ਤੋਂ ਹੀ ਬਾਅਦ ਗਏ। ਹਾਂ, ਉਹ ਸਾਰੀ ਜਿਹੜੀ ਆ ਉਹ ਹੈਗੇ ਨੇ, ਸਾਰੇ ਇਨ ਟੱਚ ਨੇ। ਇੱਥੋਂ ਤੱਕ ਵੀ ਕਹਿ ਜਾਂਦਾ ਅਦਿੱਤੇ ਇੰਸਾ ਅੰਦਰ ਹੀ ਹੈਗਾ ਡੇਰੇ ਦੇ। ਤਾਂ ਜਿਹੜੀ ਉਹ ਟਸਲ ਆ ਗਈ ਡੇਰੇ ਦੀ ਇੰਟਰਨਲ ਪੋਲਿਟਿਕਸ ਦੀ ਲੜਾਈ ਆ, ਉਹਨੂੰ ਵੀ ਸਿੱਝਣਾ ਹੁੰਦਾ ਆ ਕੇ ਬਾਹਰ। ਨਹੀਂ ਤਾਂ ਫਿਰ ਕੋਈ ਬਾਗੀ ਹੋ ਕੇ ਮੰਨ ਲਓ ਡੇਰਾ ਟੁੱਟ ਜਾਏਗਾ, ਡੇਰੇ ਦੀ ਕਮਾਨ ਡੇਰੇ ਕੋਲ, ਡੇਰੇ ਵਾਲੇ ਨੇ ਆਪਦਾ ਪਰਿਵਾਰ ਦੇਖੋ ਬਾਹਰ ਭੇਜਤਾ, ਤੁਹਾਨੂੰ ਪਤਾ ਪਿੱਛੇ ਜੀ ਤੁਹਾਡਾ ਰਾਜਸਥਾਨ ਤੋਂ ਹੀ ਸੰਬੰਧ ਰੱਖਦਾ। ਬਿਲਕੁਲ। ਤਾਂ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਕਿ ਡੇਰਾ ਮੁਖੀ ਨੂੰ ਸਰਕਾਰ ਕਿਵੇਂ ਪ੍ਰੋਟੈਕਟ ਕਰ ਰਹੀ ਹੈ, ਕਿਵੇਂ ਉਹ ਮਤਲਬ ਇਹ ਸਮਝੌਤਾ ਹੈਗਾ, ਅਣਲਿਖਤੀ ਸਮਝੌਤਾ ਕਿ ਤੁਸੀਂ ਆਪਦਾ ਡੇਰਾ ਪ੍ਰੋਟੈਕਟ ਕਰੋ ਤੇ ਸਾਨੂੰ ਸਾਡੀ ਸਰਕਾਰ ਨੂੰ ਪ੍ਰੋਟੈਕਟ ਕਰਿਓ, ਯਾਨੀ ਸਾਡੀ ਪਾਰਟੀ ਨੂੰ ਪ੍ਰੋਟੈਕਟ ਕਰੋ, ਅਸੀਂ ਤੁਹਾਨੂੰ ਪ੍ਰੋਟੈਕਟ ਕਰਦੇ ਹਾਂ ਤੇ ਸਾਨੂੰ ਪ੍ਰੋਟੈਕਟ ਕਰੋ। ਇਹ ਸਮਝੌਤਾ ਹੈਗਾ ਅਣਲਿਖਤੀ, ਤੇ ਉਸੇ ਚੀਜ਼ ਦੀ ਪਰੋਲ ਹੁੰਦੀ ਹੈ। ਤੇ ਚੋਣਾਂ ਵੀ ਆ ਰਹੀਆਂ ਨੇੜੇ ਹਰਿਆਣਾ ਦੀਆਂ, ਔਰ ਇਸ ਨੂੰ ਲੈ ਕੇ ਵੀ ਫਿਰ ਪ੍ਰਭਾਵ, ਜਿੱਦਾਂ ਕਿਹਾ ਜਾਂਦਾ ਕਿ ਡੇਰੇ ਦਾ ਪ੍ਰਭਾਵ ਹੈਗਾ ਖਾਸ ਤੌਰ ਤੇ, ਔਰ ਲੋਕਤੰਤਰ ਨੂੰ ਕਿਹਾ ਜਾਂਦਾ ਕਿ ਡੇਰੇ ਪ੍ਰਭਾਵਿਤ ਕਰ ਰਿਹਾ ਹੈ, ਹੋਣਾ ਨਹੀਂ ਚਾਹੀਦਾ। ਪਰ ਜਿਸ ਤਰੀਕੇ ਦੇ ਨਾਲ ਚੋਣਾਂ ਆ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਭਾਵ, ਇਹ ਸ਼ਰਮਨਾਕ ਗੱਲ ਹੈਗੀ। ਦੇਖੋ ਸਾਡੀ ਡੈਮੋਕ੍ਰੇਸੀ ਦੀ ਇੱਕ ਬੇਸਿਕ ਕਨਸਟੀਟਿਊਸ਼ਨ ਕਹਿੰਦੇ ਨਾ, ਸਭ ਤੋਂ ਵੱਡੀ ਚੀਜ਼ ਸੰਵਿਧਾਨ ਆ। ਪਰ ਸਾਡੇ ਲੋਕਤੰਤਰ ਦੀ ਸਭ ਤੋਂ ਮਾੜੀ ਤਰਾਸਦੀ ਇਹ ਰਹੀ, ਕਿਤੇ ਜਾਤ ਦੇ ਆਧਾਰ ਤੇ, ਕਦੇ ਧਰਮ ਦੇ ਆਧਾਰ ਤੇ, ਕਦੇ ਨਸਲ ਦੇ ਆਧਾਰ ਤੇ, ਕਦੇ ਰੰਗ ਦੇ ਆਧਾਰ ਤੇ ਇੱਥੇ ਸਾਰਾ ਪੋਲਰਾਈਜੇਸ਼ਨ ਕੀਤਾ ਜਾਂਦਾ ਗਾ। ਇੱਕ ਮਤਲਬ ਗੰਦੀ ਰਾਜਨੀਤੀ ਕੀਤੀ ਜਾਂਦੀ ਹੈ, ਇੱਕ ਇਸ ਤਰ੍ਹਾਂ ਦੀ ਰਾਜਨੀਤੀ ਕੀਤੀ ਜਾਂਦੀ ਹੈ ਜਿਹੜੀ ਦੇਸ਼ ਨੂੰ ਬਣਾਉਂਦੀ ਨਹੀਂ, ਤੋੜਦੀ ਹੈਗੀ, ਜਿਹੜੇ ਦੇਸ਼ ਦੇ ਕਨਸਟੀਟਿਊਸ਼ਨ ਦੇ ਉਲਟ ਆ ਗਈ। ਪਰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ, ਕਦੇ ਜਾਤ ਦੀਆਂ ਭਾਵਨਾਵਾਂ ਨਾਲ ਖੇਡਣਾ, ਤੁਹਾਡੀ ਜਾਤ ਆ ਗਈ, ਤੁਹਾਡੀ ਜਾਤ ਦਾ ਲੀਡਰ ਆ ਗਿਆ, ਕਦੇ ਧਰਮ ਦੀਆਂ ਭਾਵਨਾਵਾਂ, ਕਦੇ ਡੇਰੇ ਵਾਲੀ, ਇਹ ਸਾਰੀ ਪੋਲਿਟਿਕਸ ਆ ਗਈ ਜਿਹੜੀ। ਇਹ ਬਹੁਤ ਹੀ ਸ਼ਰਮਨਾਕ ਗੱਲ ਆ। ਲੋਕਤੰਤਰ 'ਚ ਕਿਸੇ ਦਾ ਵੋਟ ਪਾਉਣਾ, ਚਾਹੇ ਡੇਰੇ ਨਾਲ ਜੁੜਿਆ ਕੋਈ, ਚਾਹੇ ਕਿਸੇ ਧਰਮ ਨਾਲ ਜੁੜਿਆ ਗਾ, ਉਹ ਉਹਦੀ ਇੱਕ ਵੱਖਰੀ ਆਸਥਾ, ਵੋਟ ਪਾਉਣਾ ਇੱਕ ਵੱਖਰਾ ਮਸਲਾ ਗਾ। ਉਹ ਆਪਦੀ ਇੰਡੀਪੈਂਡੈਂਟ ਰਾਏ ਨਾਲ ਪਾਵੇ, ਨਾ ਕਿ ਇੱਕ ਮਾਸਸ ਨੂੰ ਪ੍ਰਭਾਵਿਤ ਕਰ ਰਿਹਾ ਹੈਗਾ ਡੇਰਾ ਮੁਖੀ, ਜਿਹਦੇ ਨਾਲ ਕਰੋੜ ਲੋਕ, 50 ਲੱਖ ਲੋਕ, 60 ਲੱਖ, 10 ਲੱਖ ਜਿੰਨੇ ਵੀ ਜੁੜੇ ਦੇ, ਉਹ ਉਹਨਾਂ ਨੂੰ ਕਹੇ ਵੀ ਇੱਕ ਥਾਂ ਤੇ ਵੋਟ ਪਾ ਦਿਓ। ਇਹ ਜਿਹੜੀ ਹੈਗੀ, ਇਹ ਬਹੁਤ ਖਤਰਨਾਕ ਟ੍ਰੈਂਡ ਨੇ ਡੈਮੋਕ੍ਰੇਸੀ ਦੇ ਲਈ। ਲੋਕਤੰਤਰ ਇਸ ਗੱਲਾਂ ਦੇ ਨਾਲ ਤਬਾਹ ਹੁੰਦੇ ਨੇ। ਤਾਂ ਇਹ ਵੀ ਪੂਰੀ ਪੋਲਿਟਿਕਸ ਆ। ਔਰ ਆਪਾਂ ਦੇਖ ਰਹੇ ਹਾਂ ਡੇਰਾ ਮੁਖੀ ਜਦੋਂ ਬਾਹਰ ਆਇਆ, ਜਿਹਦੀ ਤਸਵੀਰ ਦੇਖੋ ਤੁਸੀਂ, ਤੁਹਾਨੂੰ ਤਸਵੀਰ ਦੇਖ ਕੇ ਗੱਲ ਸਮਝ ਆਉਂਦੀ ਹੈ ਕਿਵੇਂ ਉਹ ਉਵੇਂ ਹੀ ਪੂਰੇ ਰੰਗ ਚ ਆਪਦੇ ਚ ਪੂਰਾ, ਮਤਲਬ ਜੇ ਤੁਸੀਂ ਕਹੋ ਕਿ ਇੰਨੀ ਉਮਰ ਚ ਦਾੜੀ ਵੀ ਚਿੱਟੀ ਹੋ ਗਈ ਹੋਊਗੀ, ਪਰ ਇਹਦਾ ਮਤਲਬ ਜੇਲ੍ਹ ਦੇ ਅੰਦਰ ਵੀ ਸਾਰੇ ਇੰਤਜ਼ਾਮ ਕੀਤੇ ਹੋਏ ਨੇ ਉਹਦੀ ਪੂਰਾ ਨਾ, ਔਰ ਪੂਰਾ ਫਿੱਟ ਹੈ, ਪੂਰਾ ਸਾਰਾ ਕੁਛ। ਇਹ ਨਹੀਂਗਾ ਕਿ ਜੇਲ੍ਹ ਦੇ ਅੰਦਰ ਚਲੋ ਉਹ ਨਹੀਂ ਹੁੰਦਾ, ਪਰ ਉਹਨੂੰ ਕਿਵੇਂ ਰੱਖਿਆ ਗਿਆ, VVIP ਟ੍ਰੀਟਮੈਂਟ ਉਹਨੂੰ ਜੇਲ੍ਹ ਚ ਮਿਲ ਰਿਹਾ ਹੈਗਾ। ਅੱਜ ਦਾ ਉਹਦਾ ਕੌਨਫੀਡੈਂਸ ਤੇ ਅੱਜ ਦੀ ਉਹਦੀ ਸਾਰੀ ਗੱਲਬਾਤ ਆ ਜਿਹੜੀ, ਜਿਵੇਂ ਨਾ ਪੱਤਰਕਾਰਾਂ ਦਾ ਕੰਮ ਹੁੰਦਾ ਕਿਸੇ ਵੀਡੀਓ 'ਚ ਕਿਸੇ ਦੀ ਬਾਡੀ ਲੈਂਗੁਏਜ ਨੂੰ ਦੇਖਣਾ। ਜਿਹੜੇ ਆਮ ਕੈਦੀ ਹੁੰਦੇ ਨੇ ਤਾਂ ਜੇਲ੍ਹ 'ਚ ਤੁਸੀਂ ਕਦੇ ਮੁਲਾਕਾਤ ਕਰਨ ਜਾਓ, ਜਾਂ ਜਦੋਂ ਬਾਹਰ ਆਉਂਦੇ ਨੇ ਪੈਰੋਲ ਦੇ ਉੱਤੇ, ਦੇਖੋ ਵਿਚਾਰੇ ਕਿਵੇਂ ਸੁੱਕੇ ਪਏ ਹੁੰਦੇ ਨੇ, ਕਿਵੇਂ ਉਹਨਾਂ ਦੇ
ਕਿਉਂਕਿ ਟੈਨਸ਼ਨ ਤੇ ਸਟ੍ਰੈਸ ਹੁੰਦੇ ਨੇ। ਇਸ ਚੀਜ਼ ਦੀ ਚਰਚਾ ਵੀ ਚੱਲ ਰਹੀ, ਕਹਿੰਦੇ ਕਿ ਹੱਟਾ ਕੱਟਾ ਪਿਆ ਪੂਰਾ ਔਰ ਪੂਰੀਆਂ ਵੀਵੀਆਈਪੀ ਸੁਵਿਧਾਵਾਂ ਮਿਲ ਰਹੀਆਂ ਡੇਰਾ ਨੇ। ਮੁਖੀ ਨੂੰ ਕੋਈ ਤੁਸੀਂ ਦੇਖੋ ਉਹਦੇ ਮੂੰਹ ਤੇ ਕੋਈ ਸ਼ਿਕਨ ਹੀ ਨਹੀਂ ਹੈਗਾਗਾ। ਕੋਈ ਆਮ ਕੈਦੀ ਦੇ ਨਾਲ ਮਿਲ ਲਿਓ ਤੁਸੀਂ ਪੈਰੋਲ ਤੇ ਆਏ ਨੂੰ, ਉਹਦੀ ਹਾਲਤ ਦੇਖ ਲਿਓ ਕਿ ਜੇਲ੍ਹ ਚੋਂ ਆਇਆ ਬੰਦਾ ਕਿਸ ਤਰ੍ਹਾਂ ਦਾ ਹੁੰਦਾਗਾ, ਕਿਸ ਤਰ੍ਹਾਂ ਦੇ ਉਹਦੇ ਹਾਲਾਤ ਹੁੰਦੇ ਨੇ। ਇਸ ਕਰਕੇ ਉਹ ਵੀਵੀਆਈਪੀ ਟ੍ਰੀਟਮੈਂਟ ਜੇ ਮਿਲੇਗਾ ਜੇਲ੍ਹ ਦੇ ਅੰਦਰ, ਜੇਲ੍ਹ ਇੱਕ ਤਰ੍ਹਾਂ ਦੀ ਪੂਰੀ ਸੁਰੱਖਿਆ ਉਹ ਬਣਾ ਦਿੱਤੀ ਗਈ ਹੈ। ਇਹ ਵੀ ਹੋ ਸਕਦਾਗਾ ਕਿ ਇਸ ਪ੍ਰੋਟੈਕਸ਼ਨ, ਇਸ ਪੈਰੋਲ ਨੂੰ ਅੱਗੇ ਐਕਸਟੈਂਡ ਕੀਤਾ ਜਾਵੇ, ਯਾਨੀ ਡੇਰਾ ਮੁਖੀ ਨੂੰ ਬਾਹਰ ਰੱਖਣ ਦਾ ਵੀ ਕੋਈ ਪ੍ਰੋਗਰਾਮ ਬਣਾਇਆ ਜਾ ਸਕਦਾਗਾ। ਉਹ ਤਾਂ ਇੱਕ ਮੀਡੀਆ 'ਚ ਥੋੜ੍ਹਾ ਬਹੁਤਾ ਵਿਰੋਧ ਹੋ ਜਾਂਦਾਗਾ, ਹਾਲਾਂਕਿ ਮੀਡੀਆ ਵੀ ਮੈਨੇਜ ਕਰ ਲੈਂਦੇ ਨੇ ਉਹ, ਪਰ ਫਿਰ ਵੀ ਵਿਰੋਧ ਹੋ ਜਾਂਦਾਗਾ। ਇਸ ਕਰਕੇ ਥੋੜ੍ਹੀ ਸਰਕਾਰ ਉਹ ਕਰਦੀ ਹੈ, ਪਰ ਇਸ ਤਰ੍ਹਾਂ ਸਾਰੀ ਗੱਲ ਇੱਕ ਇਸ਼ਾਰਾ ਕਰਦੀ ਹੈ ਕਿ ਰਾਜਨੀਤਿਕ ਲਾਹਾ ਲੈਣ ਦੇ ਲਈ ਰਾਜਨੀਤੀ ਡੇਰੇ ਦੀ ਕਿਵੇਂ ਚੱਲੇ, ਡੇਰਾ ਰਾਜਨੀਤੀ ਨੂੰ ਪ੍ਰਭਾਵਿਤ ਕਰਕੇ ਕਿਵੇਂ ਬੀਜੇਪੀ ਦੇ ਪੱਖ 'ਚ ਭੁਗਤਾਵੇ, ਇਹਦੀ ਤਿਆਰੀ ਹੋ ਰਹੀ ਹੈ। ਇੱਕ ਚੀਜ਼ ਹੋਰ ਹੈ ਕਿ ਡੇਰਾ ਮੁਖੀ ਦਾ ਸਭ ਤੋਂ ਵੱਡਾ ਗੜ੍ਹ ਹੈ ਜਿਹੜਾ ਉਹ ਹਰਿਆਣਾ ਦੇ ਵਿੱਚ, ਸਿਰਸਾ ਦੇ ਵਿੱਚ ਹੈ, ਪਰ ਡੇਰਾ ਮੁਖੀ ਆਉਣ ਸਾਰ, ਜੇਲ੍ਹ ਚੋਂ ਬਾਹਰ ਨਿਕਲਣ ਸਾਰ ਹੀ ਉੱਤਰ ਪ੍ਰਦੇਸ਼ ਦੇ ਡੇਰੇ 'ਚ ਪਹੁੰਚ ਜਾਂਦਾ ਹੈ। ਇਹਦੇ ਪਿੱਛੇ ਦੀ ਕਹਾਣੀ ਕੀ ਨਜ਼ਰ ਆਉਂਦੀ ਹੈ? ਦੇਖੋ ਪਹਿਲਾਂ ਵੀ ਤੁਸੀਂ ਦੇਖੋ ਗੁੜਗਾਉਂ ਗਿਆ ਸੀ ਡੇਰਾ ਮੁਖੀ, ਮਤਲਬ ਡੇਰੇ ਸਿਰਸੇ ਨਹੀਂ ਗਿਆ ਸੀ, ਤਾਂ ਕਿਤੇ ਨਾ ਕਿਤੇ ਉਹ ਸਾਰੇ ਜਿਹਨਾਂ ਨੂੰ ਕਈ ਵਾਰ ਹੁੰਦਾਗਾ ਕਿ ਤੁਸੀਂ ਡੇਰੇ ਦੇ ਅੰਦਰ ਇੰਨੀ ਇੰਟਰਨਲ ਪੋਲਿਟਿਕਸ ਹੈ, ਤਾਂ ਪਤੀ ਹੈ ਡੇਰੇ ਦੇ ਅੰਦਰ ਬਹੁਤ ਵੱਡੀ ਧੜੇਬੰਦੀ ਹੈ, ਇੱਕ ਧੜਾ ਨਹੀਂ ਹੈਗਾ। ਇੱਕ ਵਿਪਸਨਾ ਜਿਹੜੀ ਸਭ ਤੋਂ ਜ਼ਿਆਦਾ ਅੱਗੇ ਆਉਂਦੀ ਰਹੀ ਹੈ, ਸਭ ਤੋਂ ਜ਼ਿਆਦਾ ਪ੍ਰੈਸ ਕਾਨਫਰੰਸ ਕਰਦੀ, ਕਿਹਾ ਜਾਂਦਾ ਵਿਪਸਨਾ ਹੋਰਾਂ ਦਾ ਇੱਕ ਧੜਾ, ਅਦਿੱਤੇ ਇੰਸਾ ਦਾ ਇੱਕ ਧੜਾ, ਹਨੀਪ੍ਰੀਤ ਦਾ ਇੱਕ ਧੜਾ, 5-7 ਧੜੇ ਨੇ ਡੇਰੇ ਦੇ ਅੰਦਰ। ਉਹ ਕਈ ਹੁੰਦਾ ਵੀ ਕਨਫਰੰਟੇਸ਼ਨ 'ਚ ਕਿਉਂ ਪੈਣਾਗਾ, ਆਪਣੇ ਤਰੀਕੇ ਦੇ ਨਾਲ ਇੱਕ ਆਭਾ ਮੰਡਲ ਰਚ ਕੇ ਉੱਥੋਂ ਤਰੀਕੇ ਨਾਲ ਚੀਜ਼ਾਂ ਨੂੰ ਹੈਂਡਲ ਕਰੋ। ਤਾਂ ਗੱਦੀ ਨੂੰ ਲੈ ਕੇ ਕੋਈ ਅੱਜ ਦੀ ਗੱਲ ਨਹੀਂ ਹੈ। ਜਿਹੜੇ ਬੰਦੇ ਰਹੇ ਨੇ, ਜਿਵੇਂ ਖੱਟਾ ਸਿੰਘ ਅੰਦਰ ਰਿਹਾ ਹੈਗਾ, ਬਹੁਤ ਸਾਰੇ ਲੋਕ ਅੰਦਰ ਰਹੇ ਨੇ, ਉਹ ਦੱਸਦੇ ਰਹੇ ਨੇ ਕਿ ਡੇਰੇ ਦੇ ਅੰਦਰ ਜਦੋਂ ਉਹ ਹੁੰਦੇ ਸੀ ਤਾਂ ਗਵਾਹ ਨੇ ਇਹਨਾਂ ਗੱਲਾਂ ਦੇ ਕਿ ਬਹੁਤ ਵੱਡੀ ਕਨਫਰੰਟੇਸ਼ਨ ਰਹੀ। ਆਮ ਤੌਰ ਤੇ ਜਦੋਂ ਐਡਾ ਵੱਡਾ ਡੇਰਾ, ਹਜ਼ਾਰਾਂ ਏਕੜ ਜ਼ਮੀਨ ਹੈ, ਪਤਾ ਨਹੀਂ ਮਾਰਕੀਟਾਂ ਨੇ, ਬਿਜ਼ਨਸ ਨੇ, ਕਿੱਥੇ ਕਿਤੇ ਫਿਲਮਾਂ ਨੇ, ਆਪਾਂ ਦੇਖੀ ਹੈ ਕੀ ਕੁਛ, ਤਾਂ ਉਹਦਾ ਕਿੱਡਾ ਵੱਡਾ ਕਾਰੋਬਾਰ ਹੋਏਗਾ। ਉਹ ਓਬਵੀਅਸਲੀ ਜਿੱਥੇ ਪੈਸਾ ਇੰਨਾ ਇਨਵੋਲਵ ਹੋ ਜਾਂਦਾ ਤਾਂ ਉੱਥੇ ਫਿਰ ਇਸ ਤਰ੍ਹਾਂ ਦੀ ਕਨਫਰੰਟੇਸ਼ਨ ਤਾਂ ਆਉਂਦੀ ਹੈਗੀ। ਇਸ ਕਰਕੇ ਵੀ ਡੇਰਾ ਮੁਖੀ ਸ਼ਾਇਦ ਉਹ ਸਾਰੀਆਂ ਚੀਜ਼ਾਂ ਨੂੰ ਉੱਥੋਂ ਹੈਂਡਲ ਕਰਕੇ ਆਪਣੇ ਤਰੀਕੇ ਦੇ ਨਾਲ ਸੈੱਟ ਕਰਨਾ ਚਾਹੁੰਦਾ। ਔਰ ਡੇਰੇ 'ਚ ਤੁਸੀਂ ਦੇਖੋਗੇ ਵੀ ਇੱਥੇ ਵੀ ਬੀਜੇਪੀ ਦੀ ਸਰਕਾਰ ਹੈ ਤੇ ਉੱਤਰ ਪ੍ਰਦੇਸ਼ 'ਚ ਵੀ ਬੀਜੇਪੀ ਦੀ ਸਰਕਾਰ ਹੈਗੀ, ਔਰ ਉੱਤਰ ਪ੍ਰਦੇਸ਼ ਦੇ ਅੰਦਰ ਵੀ ਬਹੁਤ ਪ੍ਰਭਾਵ ਮੰਨਿਆ ਜਾਂਦਾ ਇਹਨਾਂ ਜ਼ਿਲ੍ਹਿਆਂ ਦੇ ਅੰਦਰ, ਖਾਸ ਤੌਰ ਤੇ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਨੇ। ਪੰਜਾਬ ਦੀ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰਦਾ ਰਿਹਾ, ਪਰ ਪਿਛਲੇ ਦਿਨੀ ਭਗਵੰਤ ਮਾਨ ਹੋਣਾ ਦਾ ਬਿਆਨ ਆਇਆ ਸੀ ਕਿ ਅਸੀਂ ਦੇਖੋ ਕਰਕੇ ਦਿਖਾਤਾ ਕਿ ਸਾਡੇ ਇਸ ਵਾਰ ਨਾ ਤਾਂ ਕਿਸੇ ਡੇਰੇ ਦਾ ਅਸੀਂ ਸਮਰਥਨ ਮੰਗਿਆ, ਨਾ ਸਾਨੂੰ ਲੋੜ ਪਈ। ਕੀ ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਹੋ ਸਕਦਾ, ਪੋਸੀਬਿਲਿਟੀ ਲੱਗਦੀ ਹੈ ਤੁਹਾਨੂੰ? ਦੇਖੋ ਹਰਿਆਣੇ ਦੇ ਅੰਦਰ ਇਹ 'ਚ ਤਾਂ ਮੈਂ ਜਿਵੇਂ ਪਹਿਲਾਂ ਵੀ ਕਹਿ ਰਿਹਾ ਹੈਗਾ, ਹਰਿਆਣੇ 'ਚ ਡੇਰਾ ਸਪੋਰਟ ਕਰਦਾ ਰਿਹਾ, ਕਦੇ ਬੀਜੇਪੀ ਨੂੰ, ਪੰਜਾਬ 'ਚ ਕਦੇ ਕਾਂਗਰਸ ਨੂੰ, ਕਦੇ ਕਿਸੇ ਨੂੰ, ਕਦੇ ਕਿਸੇ ਨੂੰ। ਇਹ ਡੇਰੇ ਦੀ ਪੋਲੀਟੀਕਲ ਕਮੇਟੀ ਹੈ ਬਕਾਇਦਾ ਤੌਰ ਤੇ, ਇੱਕ ਸਿਆਸੀ ਕਮੇਟੀ ਜਿਹੜੀ ਹਰ ਚੋਣਾਂ ਦੇ ਅੰਦਰ ਜੀ ਆਪਣੇ ਥੱਲੇ ਭੰਗੀਦਾਸ ਹੁੰਦੇ ਨੇ, ਇਹਨਾਂ ਦੇ ਭੰਗੀਦਾਸਾਂ ਤੋਂ ਥੱਲੇ ਜਿਹੜੇ ਇਹਨਾਂ ਦਾ ਕੈਡਰ ਹੈ, ਉੱਥੇ ਤੱਕ ਸੁਨੇਹਾ ਜਾਂਦਾ ਕਿ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਆ, ਕਿਹੜੀ ਨੂੰ ਨਹੀਂ ਪਾਉਣੀ। ਜਿਵੇਂ ਇਹਨਾਂ ਚੋਣਾਂ 'ਚ ਕਿਹਾ ਗਿਆ ਸੀ ਬੀਜੇਪੀ ਨੂੰ ਵੋਟ ਪਈ ਹੈ, ਬੀਜੇਪੀ ਦਾ ਤਾਂ ਕੁਝ ਨਹੀਂ ਬਣਿਆ ਹੈਗਾ। ਜਿਵੇਂ 2007 'ਚ ਕਿਹਾ ਗਿਆ ਕੈਪਟਨ ਨੂੰ ਵੋਟ ਪਈ ਹੈ, 2017 'ਚ ਕਿਹਾ ਬਾਦਲਾਂ ਨੂੰ ਵੋਟ, ਬਾਦਲ 2017 ਸਾਫ਼ ਹੋ ਗਏ, 2007 'ਚ ਕੈਪਟਨ ਸਾਫ਼ ਹੋ ਗਏ, 2012 'ਚ ਜ਼ਰੂਰ ਉਹਨਾਂ ਦੀ ਸਰਕਾਰ ਬਣੀ, ਕਿਹਾ ਜਾਂਦਾ ਸੀ ਉਦੋਂ ਡੇਰੇ ਦਾ ਰੋਲ ਆ। ਨਹੀਂ, ਡੇਰੇ ਦੀ ਐਡਾ, ਇਹ ਵੀ ਬੜਾ ਵੱਡਾ ਸਵਾਲ ਆ ਕਿ ਡੇਰੇ ਨੂੰ, ਜਿਹੜਾ ਡੇਰੇ ਨੂੰ ਇੰਨਾ ਪ੍ਰਭਾਵਸ਼ਾਲੀ ਬਣਾਇਆ ਜਾਂਦਾ, ਉਹ ਡੇਰੇ ਦੀ ਪੋਲਿਟਿਕਸ ਆ ਕਿ ਡੇਰਾ ਇੰਨਾ ਪ੍ਰਭਾਵਸ਼ਾਲੀ ਦਿਖਾਓ ਕਿ ਹਰ ਬੰਦਾ ਆ ਕੇ ਮੱਥਾ ਟੇਕੇ। ਆਪਾਂ ਨੂੰ ਪਤਾ ਬੀਜੇਪੀ, ਅਕਾਲੀ ਦਲ, ਕਾਂਗਰਸ, ਹਰ ਪਾਰਟੀ ਦੇ ਪੋਲੀਟੀਸ਼ੀਅਨ ਜਾ ਕੇ ਡੇਰੇ ਤੇ ਆਪਦਾ ਨੱਕ ਰਗੜਦੇ ਰਹੇ ਨੇ। ਆਪਾਂ ਫੋਟੋਆਂ ਦੇਖੀਆਂ ਨੇ, ਅਕਾਲ ਤਖਤ ਦੇ ਜਥੇਦਾਰ ਨੇ ਬੁਲਾਇਆ ਵੀ ਉਹਨਾਂ ਨੂੰ ਕਿ ਭਾਈ ਡੇਰੇ ਦਾ ਤਾਂ ਪਤਾ ਹੀ ਹੈ ਬਾਈਕਾਟ ਕੀਤਾ ਹੋਇਆਗਾ ਸਾਰੇ ਮਸਲੇ ਦੇ ਅੰਦਰ। ਗੁਰੂ ਗੋਬਿੰਦ ਸਿੰਘ ਦੀ ਪੋਸ਼ਾਕ ਵਾਲਾ ਮਸਲਾ, ਕਿੰਨੇ ਮਸਲੇ ਨੇ ਜੀ ਡੇਰੇ ਵਾਲੇ ਦਾ, ਉਹ ਕੀਤਾ ਹੋਇਆ। ਉਹਦੇ ਬਾਵਜੂਦ ਵੀ ਪੋਲੀਟੀਸ਼ੀਅਨ ਜਾਂਦੇ ਨੇ, ਤਾਂ ਇਹ ਵੀ ਡੇਰਾ ਇੱਕ ਆਭਾ ਮੰਡਲ ਆਪਦਾ ਸਿਰਜ ਕੇ ਰੱਖਦਾ ਕਿ ਅਸੀਂ ਪਤਾ ਨਹੀਂ ਕੀ ਆਂਗੇ, ਤੇ ਉਹਦੇ 'ਚੋਂ ਫਿਰ ਇਹ ਸਾਰੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ। ਪਰ ਇਹਦੇ 'ਚ ਕੋਈ ਦੋ ਰਹਿ ਨਹੀਂ ਆ, ਕਿਸੇ ਵੀ ਲੈਵਲ ਦੇ ਉੱਤੇ ਡੇਰਾ ਰਾਜਨੀਤੀ ਨੂੰ ਪ੍ਰਭਾਵਿਤ ਕਰਦਾ। ਸ਼ਾਇਦ ਰਾਜਨੀਤੀ ਕਰਕੇ ਹੀ ਡੇਰਾ ਫਸਿਆ, ਤੇ ਰਾਜਨੀਤੀ ਕਰਕੇ ਹੀ ਡੇਰਾ ਹੁਣ ਸੈਟਲ ਹੋਣ ਦੀ ਕੋਸ਼ਿਸ਼ ਕਰ ਰਿਹਾ, ਯਾਨੀ ਸਰੈਂਡਰ ਕਰਨਾ ਪੈਂਦਾ ਨਾ। ਇੱਕ ਡੇਰਾ ਮੁਖੀ ਦਾ ਬੀਜੇਪੀ ਦੇ ਅੱਗੇ ਇਹ ਸਰੈਂਡਰ ਹੈ ਕਿ ਮੈਂ ਤੁਹਾਡੇ ਅੱਗੇ ਸਰੈਂਡਰ ਕਰ ਰਿਹਾ, ਤੁਹਾਡੇ ਮੁਤਾਬਕ ਚੱਲੂ, ਮੈਨੂੰ ਪ੍ਰੋਟੈਕਟ ਕਰੋ। ਪੋਲੀਟੀਕਲ ਏਜੰਡਾ ਬਣ ਸਕਦਾ ਇਹ ਕਿ ਡੇਰਾ ਮੁਖੀ ਨੂੰ ਤਾਂ ਪੈਰੋਲ ਇੰਨੀ ਵਾਰ ਮਿਲ ਗਈ, ਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਜਾਂ ਹੋਰ ਮੈਂ ਇਕੱਲੇ ਚੌਟਾਲਿਆਂ ਦੀ ਪਾਰਟੀ ਆਪਾਂ ਦੇਖਿਆ ਬਈ ਚੌਟਾਲਾ ਬੋਲਦੇ ਰਹੇ ਨੇ ਹਰਿਆਣੇ 'ਚ, ਹੋਰ ਕੋਈ ਪਾਰਟੀਆਂ ਦਾ ਵੀ ਕੀ ਹੋ ਗਿਆ ਕਿ ਭਾਈ ਕੀ ਪਤਾ ਕਿਹਨੂੰ ਸਮਰਥਨ ਦੇ ਦੇਣ, ਐਂਡ ਤੱਕ ਪੱਤੇ ਨਹੀਂ ਖੋਲਦੇ ਹੋ। ਪਰ ਡੇਰੇ ਦੇ ਖਿਲਾਫ ਜੇ ਕੋਈ ਓਪਨਲੀ ਬੋਲਿਆ, ਉਹ ਬੋਲਿਆ ਅਬੇ ਚੌਟਾਲਾ ਹੋਰੀ, ਅਨੈਲੋ ਪਾਰਟੀ ਬੋਲੀ ਹੈਗੀ ਹਰਿਆਣੇ 'ਚ। ਓਪਨਲੀ ਕੋਈ ਪਾਰਟੀ ਬਚਦੀ ਹੈ, ਜਿਵੇਂ ਅਕਾਲੀ ਦਲ ਨੂੰ ਬੋਲਣਾ ਪਿਆ। ਹੁਣ ਅਕਾਲੀ ਦਲ ਦੇ ਹਾਲਾਤ ਹੀ ਇਹ ਬਣ ਗਏ ਸੀ, ਅਕਾਲੀ ਦਲ ਕਦੇ ਪਹਿਲਾਂ ਡੇਰੇ ਦੇ ਖਿਲਾਫ ਨਹੀਂ ਬੋਲਿਆ, ਪਰ 2017 ਦੀਆਂ ਜਾਂ ਇਹਨਾਂ ਚੋਣਾਂ ਤੋਂ ਬਾਅਦ ਇਹ ਮਾਹੌਲ ਜਦੋਂ ਪਤਾ ਲੱਗ ਗਿਆ ਸੀ ਡੇਰਾ ਬੀਜੇਪੀ ਦੇ ਨੇੜੇ ਚਲਾ ਗਿਆ, ਡੇਰਾ ਅਕਾਲੀ ਦਲ ਨੂੰ ਨਹੀਂ ਉਹ ਕਰੇਗਾ, ਤਾਂ ਅਕਾਲੀ ਦਲ ਵੀ ਓਪਨਲੀ ਡੇਰਾ ਮੁਖੀ ਦੀ ਜ਼ਮਾਨਤ ਦਾ
ਜ਼ਮਾਨਤ ਕਹਿਤਾ ਸੌਰੀ ਪੈਰੋਲ ਦਾ ਵਿਰੋਧ ਕਰਦਾ ਰਿਹਾ, ਬਹੁਤ ਸਾਰੇ ਮਸਲਿਆਂ ਦਾ ਵਿਰੋਧ ਕਰਦਾ ਰਿਹਾ ਹੈਗਾ। ਤਾਂ ਅਕਾਲੀ ਦਲ ਨੂੰ ਵੀ ਇਹ ਸਮਝ ਆ ਗਿਆ, ਪਰ ਉਹ ਤਾਂ ਅਕਾਲੀ ਦਲ ਦੀ ਜ਼ਮੀਨ ਵੀ ਇਸ ਕਰਕੇ ਅਕਾਲੀ ਦਲ ਦੇ ਕੋਲੋਂ ਖੁਦ ਸੀ ਕਿ ਡੇਰਾ ਮੁਖੀ ਦੇ ਨਾਲ ਜਿਹੜੀਆਂ ਸਾਂਝਾਂ ਸੀ ਅਕਾਲੀ ਦਲ ਦੀਆਂ, ਜਾਂ ਉਹਨੂੰ ਫਿਲਮ ਵਾਲੀ ਗੱਲ ਹੋਵੇ ਚਾਹੇ ਉਹਨੂੰ ਅਕਾਲ ਤਖਤ ਤੋਂ ਮਾਫੀ ਦਿਵਾਉਣ ਦਾ ਮਸਲਾ ਸੀਗਾ, ਇਸ਼ਤਿਹਾਰ ਛਪੇ ਸੀ ਬਕਾਇਦਾ ਤੌਰ ਤੇ, ਉਹਨਾਂ ਗੱਲਾਂ ਨੇ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਕੀਤਾ ਗਾ। ਪਰ ਅਕਾਲੀ ਦਲ ਹੁਣ ਉਹਦਾ ਵਿਰੋਧ ਕਰ ਰਿਹਾ। ਤਾਂ ਰਾਜਨੀਤਿਕ ਤੌਰ ਦੇ ਉੱਤੇ ਵੀ ਆਪਾਂ ਦੇਖਦੇ ਹਾਂ ਕਿ ਹਰ ਪਾਰਟੀ ਆਪਣੇ ਤਰੀਕੇ ਨਾਲ ਇਹਨੂੰ ਵਰਤਣ ਦੀ ਕੋਸ਼ਿਸ਼ ਕਰਦੀ ਹੈ, ਤੇ ਡੇਰਾ ਰਾਜਨੀਤਿਕ ਪਾਰਟੀਆਂ ਨੂੰ ਵਰਤਣ ਦੀ ਕੋਸ਼ਿਸ਼ ਕਰਦਾ, ਰਾਜਨੀਤਿਕ ਪਾਰਟੀਆਂ ਡੇਰੇ ਨੂੰ ਵਰਤਣ ਦੀ ਕੋਸ਼ਿਸ਼ ਕਰਦੀਆਂ। ਸੋ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਪੈਰੋਲ ਤੇ ਬਾਹਰ ਆਏ ਨੇ, ਔਰ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸੀ ਏਜੰਡਾ ਬਣੇਗਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੀ, ਔਰ ਤਰ੍ਹਾਂ ਦੀਆਂ ਚਰਚਾਵਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ। ਇਸ ਨੂੰ ਲੈ ਕੇ ਸਾਡੀ ਕੋਸ਼ਿਸ਼ ਸੀ ਕਿ ਇਸ ਪੂਰੇ ਮਸਲੇ ਨੂੰ ਡੀਕੋਡ ਕੀਤਾ ਜਾ ਸਕੇ।